समझद्या होया हर एक जीव की सार संभाल प्रतिपालना करता। और कई बार जे सोचिए तुसी रोज़ के नेमी नितनेमी सुखमनी साहब के पाठ करने वाले हो तो जे बचन पढ़िए भी जिहदी किरपा नाल तैनूं ये चंगे चंगे मकान मिले आ रहन लई, जिहदी किरपा नाल तैनूं चंगियां चंगियां कारां मिलियां, जिहदी किरपा नाल तूं चंगे चंगे वस्त्र पहनदा ते उस अकाल पुरख वाहिगुरू नूं तूं छड्ड के ते होर पासे लभण दी कोशिश करदा ते फिर इंसान जे सोचे तो बड़ा ही कुछ प्राप्त हो जाता। सार संभाले नित प्रतिपाले। साध संगत जी, जे असी सोचिए जिन्होंने पूरे अंग पतंग दिते है, यानी हथ पैर अखां कन जो भी शरीर का चिन्ह वो दिता, तो कई बार इंसान उसकी कदर नहीं करता, उसका धन्यवाद शुक्र नहीं करता और उन्होंने अंगां तो जिहड़े नहीं काम लैण वाले वो इंसान ग्रहण करता ते जिहड़े काम लैण वाले आ उन्हां अंगां तो काम नहीं लेंदा। और जिन्होंने उन्हां अंगां दी घाट आ, जिन्हां कोल अंग नहीं हैगे कोई पूरे, किसी अंग की कमी पेशी है, उन्हां नूं पुछ के वेखो भी किन्नी क तकलीफ है, किन्ना क दुख है, किन्ना क मुश्किल है। तो जिन्हां दे सारा शरीर सच्चे पातशाह ने बहुत सुंदर बनाया, तो वह कई बार आलस करते हैं, कहते कोई डर नहीं, जिहड़ा सिमरन है वो फिर कर लवांगे, अजे टाइम नहीं, अमृत फिर छक लवांगे, अजे टाइम नहीं। और फिर असी किहड़ा किसी को लिख के दिता भी इन्ना चिर जरूरी, मतलब असी संसार ते रहना ही है, की पता मत जापे के साह आवे कि ना आवे राम। जिहड़ा शुभ काम हो जाए वही चंगा। सार संभाले नित प्रतिपाले, प्रेम सहित गल लावे। साडे अनेकों ही गुण अवगुण वेखदे आया भी गुण तो है ही कोई नहीं, अवगुण वेखदे आया ही रब सानू फिर भी माफ़ करदा, रब साडे ते फिर भी रहमतां करदा, रब साडे ते बख्शिशां करदा, खाण पीण नूं दिंदा और चंगे चंगे मकान ते कारां, जिहड़े बच्चे लायक मिलने, परिवार चंगा होना, यह भी एक कर्मां दा फल हुंदा, चंगे कर्मां दा फल। सो इस करके सतगुरु सच्चे पातशाह पवित्र बाणी विच लिखदे आ, धन गुरु अर्जन साहब जी, सार संभाले नित प्रतिपाले, प्रेम सहित गल लावे। ये तुक सब ने बोलनी नाल। सारे संभाले
ਨਿਤ ਪ੍ਰਤਪਾਲੇ ਪ੍ਰੇਮ ਸਹਿਤ ਗੱਲ ਲਾਵੇ। ਵਾਹਿਗੁਰੂ ਸੱਚੇ ਪਾਤਸ਼ਾਹ। ਤੇ ਇੱਥੇ ਤੋਕਾਈ ਹੈ, ਨਿਮਾਨੇ ਕੋ ਤੁਮ ਦੇਤੋ ਮਾਨ, ਮੂੜ ਮੁਗਧ ਹੋਏ ਚਤੁਰ ਸੋ ਗਿਆਨ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ, ਮੂਰਖਾਂ ਨੂੰ ਗਿਆਨ ਬਖਸ਼ ਦਿੰਦਾ। ਮੂਰਖਾਂ ਤੋਂ, ਸਾਡੇ ਵਰਗਿਆਂ ਤੋਂ ਬਖਸ਼ਿਸ਼ਾਂ ਕਰੇ ਤੇ ਸੰਗਤ ਦੇ ਜੋੜੇ ਝਾੜਨ ਵਾਲੇ ਬਣਾ ਦਿੰਦਾ। ਮੂੜ ਮੁਗਧ ਹੋਏ ਚਤੁਰ ਸੋ ਗਿਆਨ, ਚਵਾਂ ਤਰਫਾਂ ਦਾ ਗਿਆਨ ਹੋ ਜਾਂਦਾ ਵਾ ਚਵਾਂ ਵੇਦਾਂ ਦਾ ਉਹ ਵਕਤਾ ਹੋ ਜਾਂਦਾ ਜੇ ਰੱਬ ਦੀ ਕਿਰਪਾ ਹੋਵੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਦੀ ਛੋਟੀ ਅਵਸਥਾ ਬਹੁਤ ਤੇ ਦਿੱਲੀ ਨੂੰ ਜਦੋਂ ਗਏ ਆ, ਅੰਬਾਲੇ ਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਉੱਥੇ ਦੀਵਾਨ ਲਗਾਇਆ, ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ, ਜਿਨ੍ਹਾਂ ਨੇ ਵੀ ਸੁਣਿਆ। ਗੁਰੂ ਕੇ ਸਿੱਖਾਂ ਨੇ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰੂ ਦਰਬਾਰ ਵਿੱਚ ਕੋਈ ਵੀ ਜਾ ਸਕਦਾ, ਸੇਵਾ ਕਰ ਸਕਦਾ। ਗੁਰੂ ਕਿਸੇ ਨੂੰ ਵਰਜਿਤ ਨਹੀਂ ਕਰਦਾ ਸੇਵਾ ਕਰਨ ਤੋਂ ਜਾਂ ਸਿਮਰਨ ਕਰਨ ਤੋਂ ਜਾਂ ਗੁਰੂ ਦਰਬਾਰ ਵਿੱਚ ਬੈਠਣ ਤੋਂ। ਸਭ ਗਏ, ਮਹਾਰਾਜ ਦਾ ਸਨਮਾਨ ਅਦਬ ਕੀਤਾ ਬਹੁਤ ਸਾਰਾ। ਤੇ ਪਰ ਕਈ ਵਾਰਾਂ ਵਿੱਚ ਹੀ ਜਿਹੜੇ ਬੰਦੇ ਹੰਕਾਰ ਵਾਲੇ ਹੁੰਦੇ ਆ, ਉਹ ਕੁਛ ਆਪਣੇ ਬਚਨ, ਆਪਣੀਆਂ ਮਰਜ਼ੀਆਂ, ਆਪਣੀ ਗੱਲਾਂ ਬਾਤਾਂ ਕਰਦੇ ਆ। ਇੱਕ ਵਿਦਵਾਨ ਸੀ ਪੰਡਿਤ, ਉਹ ਕਹਿਣ ਲੱਗਾ ਭਈ ਕ੍ਰਿਸ਼ਨ ਨੇ ਤਾਂ ਗੀਤਾ ਰਚੀ ਹੈ, ਗੀਤਾ ਬਣਾਈ ਹੈ, ਇਹਨਾਂ ਨੇ ਆਪਣਾ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਰਖਾਇਆ ਤੇ ਗੀਤਾ ਦੇ ਸ਼ਲੋਕ ਦਾ ਕਿਸੇ ਦਾ ਅਰਥ ਹੀ ਕਰ ਦੇਣ ਤੇ ਤਾਂ ਵੀ ਅਸੀਂ ਮੰਨ ਲੈਂਦੇ ਹਾਂ। ਤੇ ਉਹਨੇ ਸੋਚਿਆ ਵੀ ਛੋਟੀ ਅਵਸਥਾ, ਹੰਕਾਰ ਵਿੱਚ ਬਚਨ ਆਖਿਆ। ਗੁਰੂ ਸਾਹਿਬ ਨੇ ਉਸ ਬ੍ਰਾਹਮਣ, ਉਸ ਪੰਡਤ ਦਾ ਬਹੁਤ ਸਾਰਾ ਅਦਬ ਸਨਮਾਨ ਕੀਤਾ, ਸਤਿਕਾਰ ਕੀਤਾ ਤੇ ਇਹ ਬਚਨ ਆਖਿਆ ਨਾਲ ਭਈ ਜਿਹੜਾ ਇਸ ਪਿੰਡ ਵਿੱਚ ਕੋਈ ਤੁਹਾਡੀ ਨਿਗਾਹ ਵਿੱਚ ਮੂਰਖ ਬੰਦਾ, ਉਸ ਨੂੰ ਲਿਆਓ। ਜੇ ਮਹਾਰਾਜ ਨੇ ਕਿਹਾ ਵੀ ਅਸੀਂ ਅਰਥ ਕਰ ਦਿੱਤੇ ਤੇ ਕਿਹੜੀ ਵੱਡੀ ਗੱਲ ਹੈ, ਭਈ ਉਹ ਆਪੇ ਅਰਥ ਕਰੂ, ਉਹ ਆਪੇ ਮੀਨਿੰਗ ਦੱਸੇਗਾ, ਗੀਤਾ ਦੇ ਸ਼ਲੋਕਾਂ ਦੇ ਮਤਲਬ ਦੱਸੇਗਾ। ਉਸ ਨੂੰ ਲਿਆਂਦਾ ਗਿਆ, ਇਸ਼ਨਾਨ ਪਾਣੀ ਕਰਵਾਏ, ਕੱਪੜੇ ਪਹਿਰਾਏ। ਸਤਿਗੁਰਾਂ ਦੇ ਜਦ ਚਰਨਾਂ ਵਿੱਚ ਆਇਆ ਤੇ ਮਹਾਰਾਜ ਨੇ ਫਿਰ ਆਪਣੀ ਛਿੱਟੀ ਜਿਹੜੀ ਸੀ ਛੋਟੀ, ਉਹ ਉਹਦੇ ਸਿਰ ਤੇ ਲਾਈ। ਕਹਿਣ ਲੱਗੇ ਪੰਡਤ ਜੀ ਸ਼ਲੋਕ ਬੋਲੋ। ਅਜੇ ਪੰਡਤ ਸ਼ਲੋਕ ਬੋਲਦਾ, ਤੁਕ ਅਜੇ ਉਹਦੇ ਮੂੰਹ 'ਚ ਹੀ ਆ ਤੇ ਅਰਥ ਉਹ ਪਹਿਲਾਂ ਹੀ ਕਰ ਦਿੰਦਾ। ਔਰ ਇਹੋ ਜਿਹੇ ਅਰਥ ਸੁਣਾਏ ਜਿਹੜੇ ਕਦੀ ਪੰਡਤ ਨੇ ਆਪ ਕੀਤੇ ਵੀ ਨਹੀਂ ਸੀ ਤੇ ਨਾ ਕਦੀ ਸੁਣੇ। ਉਹ ਗੱਲ ਕਥਨ ਕਰਦੇ ਆ, ਗੁਰੂ ਸਮਰੱਥ ਹੈ, ਗੁਰੂ ਜੋ ਚਾਹੇ ਉਹ ਕਰ ਸਕਦੇ ਆ ਔਰ ਮੂਰਖਾਂ ਨੂੰ ਗਿਆਨ ਬਖਸ਼ ਦਿੰਦੇ ਆ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਟਾਵੋ ਪ੍ਰਭ ਸੋਗ, ਨਿਥਾਵੇ ਕੋ ਤੁਮ ਥਾਨ ਬਿਠਾਵੋ। ਜਿਨ੍ਹਾਂ ਦਾ ਕੋਈ ਵੀ ਥਾਂ ਨਹੀਂ, ਉਹਨਾਂ ਨੂੰ ਮਹਾਰਾਜ ਥਾਂ ਵੀ ਬਖਸ਼ਦਾ। ਨਿਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ। ਨਿਮਾਨੇ ਕੋ ਪ੍ਰਭ ਦੇਤੋ ਮਾਨ, ਮੂੜ ਮੁਗਧ ਹੋਏ ਚਤੁਰ ਸੋ ਗਿਆਨ। ਸਗਲ ਭਿਆਨ ਕਾ ਭਉ ਨਸੈ, ਜਨ ਆਪਣੇ ਕੇ ਹਰ ਮਨ ਵਸੈ। ਆਪਣੇ ਜਨਾਂ ਦੇ, ਸਾਧ ਸੰਗਤ ਦੇ, ਹੁਣ ਜਿੰਨੇ ਵੀ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ, ਤੁਸੀਂ ਜਾਨਾ ਹਰੀ ਦੇ ਦੇਵਤਿਆਂ ਦੇ ਰੂਪ ਵਿੱਚ ਗੁਰੂ ਦਰਬਾਰ ਵਿੱਚ ਜਿਹੜਾ ਬੈਠਣਾ, ਡਰ ਅਦਬ ਸਤਿਕਾਰ ਨਾਲ। ਔਰ ਇਹ ਇੱਕ ਸੰਤਾਂ ਮਹਾਂਪੁਰਖਾਂ ਦੀ ਨਿਸ਼ਾਨੀ ਹੈ ਔਰ ਸਾਧ ਸੰਗਤ ਦੀ ਨਿਸ਼ਾਨੀ ਹੈ। ਬਹੁਤ ਇਕੱਠ ਹੋਰ ਵੀ ਥਾਵਾਂ ਤੇ ਬਹੁਤ ਸਾਰੇ ਇਕੱਠ ਜਿਹੜੇ ਆ ਹੋ ਜਾਂਦੇ ਆ, ਪਰ ਇੱਥੇ ਜਿਹੜੇ ਬੈਠੇ ਆ ਆਪਾਂ, ਇਹ ਇੱਕ ਸੰਗਤ ਆ, ਇਹਨੂੰ ਸੰਗਤ ਕਹਿੰਦੇ ਆ। ਸਤ ਸੰਗਤ ਕੈਸੀ ਜਾਣੀਏ,
जिथे एको नाम वसाणी है। एक नाम हुक्म है नानक सतगुरु दिया बजाए जियो। इत्थे संगत रूप विच असीं बैठे हैं। वो गल कथन करते हैं, सगल भयान का भौ नसै, जान अपने के हर मन वसै। कर कृपा संत टहले लाए, नानक साधु संग समाए। गुरु का सिख जिहड़ा वो किरत विरत करदा, दसां नेहां दी ते गुरुद्वारे बनाउंदा। गुरु का सिख जे गुरुद्वारे बनाउंदा, स्कूल कॉलेज हॉस्पिटल बनाउंदा, होर भी जिथे जरूरत है, तो फिर भी बच्चे पालने, तो फिर भी रब का भौ रखना, ये एक बहुत तुहाडा समझ लो भी सच्चे पातशाह की महान किरपा है। वो गल कथन करते हैं, कर कृपा संत टहले लाए, नानक साधु संग समाए। सो सतगुरु महाराज जिन्हें ते बख्शिशां करन, परमेश्वर बख्शिशां करे, तो वो संगत विच समाउंदा। नहीं तो संगत विच इंसान आ भी जाए ना कदी भुल चुक के, तो बाहरों कोई इहो जिहा सुनेहा आउंदा, लै भी तैनूं बाहर कोई बंदा सादा, उठ खड़ा हो, कल युग विच ही आ जाए, उठ खलो, क्यों बैठा है इत्थे। तो नहीं तो फिर कल युग होर भी एक तरीका करदा, थोड़ी थोड़ी नींद आउण लग पैंदी है, वो फिर सराणे दो दो रख दिंदा, आप ही सौ जा, बाणी ना सुण। जे नितनेम कर लगो तो कई बार आप ही इंसान सोच लेंदा, आप ही सोचना कर्मां दे अनुसार कल युग अपना जोर पाउंदा। कहंदा सौ जा, फिर जपजी साहब का पाठ कर लवांगे, कहंदा सौ जा आनंद साहब जी का पाठ, पंजां बाणियां का पाठ जरा ताईं कर लवांगे। वो जब जरा हो गई गल्लां बातां वाला कोई ना कोई आ गया, सारी दिहाड़ी उदां ही लंघ गई। फिर कई बार ये भी सोच लेंदा कल युग का प्रभाव है, कहंदा अंमृत अजे नहीं छकना, एक साल होर ठहर के छकांगे, अजे कुछ आनंद माण लई। भी अंमृत नालों किहड़ा आनंद होर वड्डा। अंमृत एक सच्चे पातशाह गुरु गोबिंद सिंह साहब सच्चे पातशाह ने, ये गुरु के सिख नूं, अमृत का अर्थ है अमृत, संस्कृत का शब्द है अमृत, जानी मृत्यु तो रहत कर दिंदा। अमृत छकना जिहड़ा बहुत वड्डी जरूरी एक लाजमी गल है, हर एक दी, जिहड़ा हर एक दा फर्ज है। पर जिन्हों ये बख्शिश की है सच्चे पातशाह ने, भी सिखां दे घर विच जन्म लै लिया, जिन्हां नूं दे दिता, और उन्हां लई ते एक बहुत जरूरी लाजमी है। वो गल कथन करते हैं, एक तुक सब ने ये शब्द की बोलनी नाल ते हर किसी ने नाल बोलण की किरपा करनी, सौखे तरीके नाल कीर्तन तुहाडी इहो जी तरीके नाल सेवा करनी है, जिहड़ी कि हर एक किसी गुरमुख दे, बीबियां भैणां दे, बच्चों के, हर किसी के समझ विच कीर्तन आवेगा, और ये तुसी हर किसी ने नाल बोलना शब्द दे। रैणी तेरा
ਤਿਰੜ ਕਰ ਰਹੇ ਤਾਂ ਤੇਰੇ ਨਿਤ ਸੋ ਤਿਰੜ ਕਰ ਰਹੇ ਰਹਿਣੀ ਰੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸਕਾ ਤੇਰਾ ਰਹਿਣੀ ਰੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸਕਾ ਤੇਰਾ। ਉਹ ਗੱਲ ਕਥਨ ਕਰਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਤੇ ਕਿਰਪਾ ਕਰਦਾ ਔਰ ਸਾਰ ਸੰਭਾਲੇ ਨਿਤ ਪ੍ਰਤਪਾਲੇ ਇਹ ਬਚਨ ਚੱਲਦਾ ਸੀ। ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ। ਸਾਰਿਆਂ ਨੇ ਇਹ ਤੁਕ ਕਹਿਣੀ ਮਿਲ ਕੇ ਔਰ ਤੁਹਾਡਾ ਟਾਈਮ ਵੀ ਹੋਣ ਵਾਲਾ ਤੇ ਸਭ ਨੇ ਇਹ ਤੁਕ ਮਿਲ ਕੇ ਬੋਲਣੀ। ਸਾਰੇ ਸੰਭਾਲੇ ਨਿਤ ਪ੍ਰਤਪਾਲੇ ਸਾਰੇ ਸੰਭਾਲੇ ਸਾਰੇ ਸੰਭਾਲੇ ਨਿਤ ਪ੍ਰਤਪਾਲੇ ਸਾਰੇ ਸੰਭਾਲੇ ਪ੍ਰੇਮ ਸਹਿਤ ਗੱਲ ਲਾਵੇ
ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਹਿ ਕੇ ਗੁਰੂ ਕੇ ਸਿੱਖ ਸਾਰੇ ਮਿਲ ਕੇ ਗੁਰਦੁਆਰਾ ਇਹੋ ਜਿਹਾ ਸੁੰਦਰ ਬਣਾਇਆ। ਤੇ ਵਾਹਿਗੁਰੂ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਤੁਹਾਡੀਆਂ ਕਿਰਤਾਂ ਕਮਾਈਆਂ ਬਰਕਤ ਪਾਉਣ ਤੇ ਗੁਰਦੁਆਰੇ ਬਣਾ ਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਔਰ ਗੁਰੂ ਕੇ ਸਿੱਖਾਂ ਨੂੰ ਖਾਣ ਪੀਣ ਨੂੰ ਦੇਣਾ। ਗੁਰੂ ਕੇ ਸਿੱਖਾਂ ਨੂੰ ਜਿੰਨੀ ਵੀ ਹੋ ਸਕੇ ਤੁਸੀਂ ਸੇਵਾ ਕਰਦੇ ਆ ਔਰ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਹੋਰ ਵੀ ਬਰਕਤਾਂ ਪਾਵੇ ਤੇ ਇਹ ਜਿਹੜਾ ਗੁਰੂ ਘਰ ਆ ਇਸ ਦੀ ਸਦਾ ਹੀ ਚੜ੍ਹਦੀ ਕਲਾ ਹੋਵੇ ਔਰ ਇਸੇ ਤਰ੍ਹਾਂ ਹੀ ਗੁਰੂ ਜਸ ਹੁੰਦਾ ਰਹੇ ਤੇ ਸੰਗਤਾਂ ਬਰਸਾਉਂਦੀਆਂ ਰਹਿਣ, ਜਿਹਦੇ ਕਰਕੇ ਲੋਕ ਸੁਖੀਏ ਔਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਵਾਕ ਅਨੁਸਾਰ ਸੱਚੇ ਪਾਤਸ਼ਾਹ ਕਿਰਪਾ ਕਰੇ, ਆਪਣੇ ਚਰਨਾਂ ਦਾ ਓਟ ਤੇ ਆਸਰਾ ਬਖਸ਼ੇ। ਇੱਕ ਤੁਕ ਸਭ ਨੇ ਮਿਲ ਕੇ ਬੋਲਣੀ ਸ਼ਬਦ ਦੀ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਕੋਈ ਰਸਨਾ ਇਹੋ ਜਿਹੀ ਨਾ ਹੋਵੇ ਜਿਹੜੀ ਇਸ ਤੁਕ ਨੂੰ ਨਾ ਕਵੇ ਔਰ ਸਭ ਨੇ ਇਹ ਤੁਕ ਮਿਲ ਕੇ ਬੋਲਣੀ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ। ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ, ਤੇਰਾ ਕੀਤਾ ਜਾਤੋ ਨਾਹੀ। ਮੈਨੂੰ ਜੋਗ ਕਿਤੋਈ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ। ਇਦਾਂ ਕਰਦੇ ਆ, ਗੁਰੂ ਕੇ ਸਿੱਖ ਗੁਰਮੁਖ ਜਿੰਨੇ ਆ ਸਾਰੇ ਸਟੇਜ ਵੱਲੋਂ ਬੋਲਣ, ਬੀਬੀਆਂ ਭੈਣਾਂ ਇੱਕ ਪਾਸੇ ਸਾਰੇ ਗੱਜ ਗੱਜ ਕੇ ਇਹ ਤੁਕ ਨੂੰ ਬੋਲਣਾ, ਸਭ ਨੇ ਬੋਲਣਾ। ਨਿਰਗੁਣਿਆਰੇ ਕੋ ਗੁਣ ਨਾਹੀ, 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 ਨਿਰਗੁਣਿਆਰੇ ਕੋ
ਗੁਰੂ ਅਰਜਨ ਸਾਹਿਬ ਨੇ ਪਰਮੇਸ਼ਰ ਦਾ ਕੀਤਾ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਬੱਧੀ ਔਰ ਤਿਆਰ ਕੀਤੀ ਤੇ ਉਦੋਂ ਇਹ ਬਚਨ ਆਖਿਆ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ। ਮੈਨੂੰ ਇਹ ਜਿਹੜਾ ਸਾਡੇ ਕੋਲ ਕਾਰਜ ਕਰਵਾਇਆ, ਮਹਾਰਾਜ ਦਾ ਧੰਨਵਾਦ ਕੀਤਾ ਗੁਰੂ ਅਰਜਨ ਸਾਹਿਬ ਨੇ। ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਭਰਿਆ। ਸੋ ਤਰਸ ਕਰੇ ਵਾਹਿਗੁਰੂ ਸਾਡੇ ਤੇ ਸਭ ਤੇ। ਮੇਰੇ ਪਾਸੋਂ ਕਿਸੇ ਵੀ ਪ੍ਰਕਾਰ ਦੀ ਤਰੁੱਟੀ ਰਹਿ ਗਈ ਹੋਵੇ, ਭੁੱਲ ਹੋ ਗਈ ਹੋਵੇ, ਔਰ ਖਿਮਾ ਕਰਨੀ, ਅਰਦਾਸ ਕਰਨੀ। ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦੇ ਰਹੀਏ। ਸੰਗਤ ਦੇ ਵਿੱਚ ਇੱਕ ਕੇਵਲ ਅਸੀਂ ਸਿਰਫ ਗੁਣ ਗਾਉਣ ਵਾਸਤੇ ਆਏ ਹਾਂ, ਔਰ ਇਹ ਤੁਹਾਡਾ ਸਮਝ ਲਓ ਗੁਰੂ ਕੇ ਸਿੱਖਾਂ ਦਾ ਮਾਣ ਤਾਣ ਦੇਣ ਦੀ ਗੱਲ ਹੈ। ਤੇ ਬਹੁਤ ਸਾਰੇ ਤੁਸੀਂ ਆਪ ਹੀ ਸਿਆਣੇ ਆ, ਪਰ ਮਿਲਵੇ ਕਿ ਮਹਿਮਾ ਵਰਣ ਨਾ ਸਾਕੋ ਨਾਨਕ ਭਰੇ ਪ੍ਰੀਲਾ। ਮਿਲ ਕੇ ਇੱਕ ਗੁਣ ਗਾਉਣੇ ਆ ਰੱਬ ਦੇ, ਜਿਹਦੇ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਔਰ ਜਿਹੜਾ ਗੁਰੂ ਦੇ ਗੁਣ ਗਾਉਣੇ ਆ, ਇਹੀ ਇੱਕ ਇਨਸਾਨ ਦੀ ਇਹ ਪਰਮ ਧਰਮ ਆ ਤੇ ਸਫਲੇ ਆ। ਔਰ ਗੁਰੂ ਦਰਬਾਰ ਵਿੱਚ ਬੈਠ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਠੋ ਸਫਾ ਵਿਛਾਈ। ਅੱਜ ਜਿਸ ਤਰ੍ਹਾਂ ਨੇਮ ਦੇ ਅਨੁਸਾਰ ਅੱਗੇ ਵੀ ਤੁਸੀਂ ਬਹੁਤ ਸਾਰੀਆਂ ਹਾਜ਼ਰੀਆਂ ਭਰਦੇ ਹੋ, ਇਹ ਬਹੁਤ ਇੱਕ ਬਰਕਤਾਂ। ਸੋ ਇਸ ਕਰਕੇ ਕਿਸੇ ਵੀ ਪ੍ਰਕਾਰ ਦੀ ਤਰੁੱਟੀ ਰਹਿ ਗਈ ਹੋਵੇ, ਬਾਣੀ ਅਗਾਧ ਹੈ, ਕਿਸੇ ਹੋਰ ਵੀ ਕੋਈ ਸ਼ਬਦ ਅਸਤ ਬੇਵਸਤ ਕਿਹਾ ਗਿਆ ਹੋਵੇ ਤੇ ਸੰਗਤ ਨੇ ਖਿਮਾ ਕਰਨੀ ਔਰ ਅਰਦਾਸ ਕਰਨੀ। ਔਰ ਤੁਸੀਂ ਬਹੁਤ ਹੀ ਸਾਰਾ ਮਾਣ ਦਿੱਤਾ। ਅਸੀਂ ਜਦੋਂ ਯੂਕੇ ਵਿੱਚੋਂ ਚੱਲੇ ਸੀ, ਮੈਨੂੰ ਇੰਨਾ ਪਤਾ ਨਹੀਂ ਸੀ ਕਿ ਇਹ ਸੰਗਤ ਕਿਉਂ ਇੱਧਰ ਅਸੀਂ ਕਦੀ ਆਏ ਨਹੀਂ ਸੀ, ਤੇ ਸੰਗਤਾਂ ਦਾ ਬਹੁਤ ਸਾਰਾ ਮਾਣ ਤਾਣ ਹੈ। ਮੈਂ ਸਾਰਿਆਂ ਦਾ ਗੁਰੂ ਹਰਾਏ ਸਾਹਿਬ ਜੀ ਦੇ ਦਰਬਾਰ ਵੱਲੋਂ, ਰਮੇਲੀ ਵੱਲੋਂ ਧੰਨਵਾਦ ਕਰਦਾ, ਪ੍ਰਬੰਧਕ ਕਮੇਟੀ ਦਾ ਔਰ ਸਾਰੀਆਂ ਸੰਗਤਾਂ ਦਾ, ਡੈਨਮਾਰਕ ਦੀਆਂ ਦਾ, ਜਿਨ੍ਹਾਂ ਨੇ ਇੰਨਾ ਮਾਣ ਤਾਣ ਬਖਸ਼ਿਆ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋ ਰੋਗੀ ਰਾਮ। ਜਿੰਨੇ ਦਿਨ ਵੀ ਹੈਗੇ ਆ, ਇਸੇ ਤਰ੍ਹਾਂ ਤੁਹਾਡੇ ਚਰਨ ਪਸਦੇ ਰਹੀਏ ਤੇ ਜਿਹਦੇ ਕਰਕੇ ਸਾਡਾ ਵੀ ਜੀਵਨ ਸਫਲਾ, ਆਪਣੇ ਸਾਰਿਆਂ ਦਾ ਜੀਵਨ ਸਫਲਾ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਚੁੱਕਾ ਮਾਪ। ਵਾਹਿਗੁਰੂ ਜੀ ਕਾ ਖਾਲਸਾ। ਆਣ ਕੇ ਗੁਰੂ ਕਾ ਸਿੱਖ ਇਹੀ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈ ਸੁਖ ਦੇ ਚੌਂ ਵਰਨਾ ਕੋ ਸਾਂਝਾ। ਕੋਈ ਵੀ ਸ਼ਰਧਾ ਭਾਵਨਾ ਨਾਲ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਮੱਥਾ ਟੇਕੇ ਤੇ ਉਹਦੀਆਂ ਜਿਹੜੀਆਂ ਮੱਥੇ ਦੀਆਂ ਤਕਦੀਰਾਂ ਉਹ ਬਦਲ ਜਾਂਦੀਆਂ। ਲੇਖ ਮੱਥੇ ਦੇ ਜਿਹੜੇ ਪੁੱਠੇ ਲਿਖੇ ਆ ਉਹ ਸਿੱਧੇ ਹੋ ਜਾਂਦੇ ਆ, ਔਰ ਜਿਹੜੀਆਂ ਪਾਪਾਂ ਦੀਆਂ ਪੰਡਾਂ ਸਿਰ ਤੇ ਇਨਸਾਨ ਦੇ ਪਈਆਂ, ਜਿਹੜੀਆਂ ਰੱਖੀਆਂ ਕਰਮਾਂ ਦੇ ਅਨੁਸਾਰ, ਉਹ ਵੀ ਡਿੱਗ ਪੈਂਦੀਆਂ। ਸੀਸ ਨਵਾਇਆ ਗਿਰ ਭਰਤ ਬਹੁ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਏ ਲੱਗੇ ਨਾ ਜਮ ਕੀ ਚੋਟ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਵਿੱਚ ਆਉਣ ਦਾ ਬਹੁਤ ਸਾਰਾ ਲਾਭ ਹੈ। ਸੰਗਤ ਵਿੱਚ ਆਉਣ ਦਾ ਇਹ ਲਾਭ ਹੈ ਵੀ ਜੇ ਥੋੜਾ ਬਹੁਤਾ ਵੀ ਮਨ ਟਿਕ ਜੂ ਤੇ ਤਾਂ ਵੀ ਉਹਦਾ ਭਲਾ ਹੋ ਸਕਦਾ। ਕੋਈ ਇਹੋ ਜਿਹਾ ਬਖਸ਼ਿਆ ਸੰਗਤ ਵਿੱਚੋਂ ਸਾਨੂੰ ਉਹਦੇ ਦਰਸ਼ਨ ਹੋ ਜਾਣ, ਜਿਹਦੇ ਕਰਕੇ ਸਾਡਾ ਵੀ ਭਲਾ ਹੋ ਜਾਵੇ। ਉਹਦੇ ਦਰਸ਼ਨ ਕਰਕੇ ਭਲਾ ਹੋ ਜਾਂਦਾ। ਤੇ ਜਿੱਥੇ ਅੱਜ ਸਰਦਾਰ ਬਲਵਿੰਦਰ ਸਿੰਘ ਜੀ ਇਹਨਾਂ ਨਾਲ ਸਰਦਾਰ ਬਲਵਿੰਦਰ ਸੋਹਣਾ ਦੇ ਗ੍ਰਹਿ ਵਿੱਚ ਸੰਗਤ ਨੇ ਚਰਨ ਪਾਏ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਆ। ਇੱਥੇ ਸਾਰੇ ਭਗਤ ਵੀ ਆ ਗਏ ਨਾਲ, 10 ਪਾਤਸ਼ਾਹੀਆਂ ਵੀ, ਉਹਨਾਂ ਦੇ ਵੀ ਚਰਨ ਪੈ ਗਏ। 10 ਗੁਰੂਆਂ ਦੇ 17 ਭੱਟਾਂ ਦੇ ਚਰਨ ਪੈ ਗਏ। ਜਿਨ੍ਹਾਂ ਦੀ ਵੀ ਬਾਣੀ ਹੈ ਉਹਨਾਂ ਦੇ ਇੱਥੇ ਚਰਨ ਪੈ ਗਏ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ, ਉੱਥੇ 5 ਸ਼ਹੀਦਾਂ ਸਿੰਘਾਂ ਦਾ ਪਹਿਰਾ ਹੁੰਦਾ। ਸੋ ਇਹ ਅੱਜ ਗ੍ਰਹਿ ਜਿਹੜਾ ਪਵਿੱਤਰ ਹੈ, ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਤੀਜਾ ਦੀਵਾਨ ਸਾਡਾ ਇਸ ਡੈਨਮਾਰਕ ਦੀਆਂ ਸਿੱਖ ਸੰਗਤਾਂ ਦੇ ਕਿਰਪਾ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਦੇ ਘਰ ਹੋ ਰਿਹਾ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਕੰਟਰੀ ਵਿੱਚ ਪਹਿਲੀ ਵਾਰ ਹੀ ਦਰਸ਼ਨ ਕੀਤੇ ਆ ਸੰਗਤਾਂ ਦੇ।
संगतां बहुत मान तान दिता और साढ़े कोई गुण नहीं, कोई भगती शक्ति नहीं, कोई बरकत नहीं, ये सिर्फ सतगुरां दी ते महापुरखां दी कृपा जिहड़े असीं तुहाडे दर्शन कर रहे हैं। सो मैं ही भी इस गल दा भागां वाले हैं कि जिहड़े बख्शियां होइयां रूहां दे संगत दे दर्शन कर रहे हैं ते संगत विच ही साडा भला, ताकि ये बहुत सतगुरां दी बख्शिश है। सो ये तीजा दीवान सरदार बलविंदर सिंह जी के गृह विच हो रहा और संगतां ने दर्शन दिते हैं। पहला श्री सोदर संध्या रहरास आनंद साहिब जी का पाठ होया, गुरु सवालिया ने अरदास की है, सतगुरां कोलों आग्या मंगी, वाहिगुरू सच्चे पातशाह आग्या बख्शिश करो दीवान सजाउण दी ते पवित्र हुक्मनामा बख्शिश करो। और हुक्मनामा सतगुरां ने बहुत ही सुंदर बख्शिया गुरमुख परिवार लई अते सारी संगत वास्ते। हर कीआं कथा कहानियां गुरमीत सुनाइयां, कथा कहानियां, कथा सब ते उत्तम हर की कथा। हरि दी जिहड़ी कथा करनी, कहानियां करनियां, वो जिहड़े आ सुपुत्र करदे आ, कुपुत्र नहीं करदे। बाबाणियां कहानियां पुੱਤ सुपुੱਤ करेण, कीर्तन करवाने घरां विच ये एक बहुत चंगे कर्मां दा फल है। संगत नूं घर विच सदना बहुत चंगे कर्मां दा फल है। गुरु ग्रंथ साहिब जी दे जिहड़े चरण पे आ, ये बहुत एक उच्चे सुचे पवित्र कर्मां दी गल है। ते बचन आया हर कीआं कथा कहानियां गुरमीत सुनाइयां, बलिहारी गुर अपने गुर को बल जाइयां। ते फिर सारा बचन ये मुख वाक दे विच ये आया, आए मिल गुरसिख आए मिल, तू मेरे गुर के प्यारे। हे गुरु के सिख आण के मिल, दूर ना हो, मिल। ते एक थां बचन आउंदा, आवो भैणे गल मिले अंक सहेलड़ियां। ते करनियां की आ, मिल के करो कहानियां समर्थ कंत कीआं। प्यार नाल आखो सतनाम। सो आपां कीर्तन मिल के करना और सतगुरां दीयां खुशियां प्राप्त करनियां ते गुरमुख परिवार लई अरदास करनी है कि वाहिगुरू होर भी वधेरे सेवा करन दा उत्साह बख्शिश करे। सेवा विच ही भला अनक भांत कर सेवा करिए, जियो प्राण धन आगे तरिए। शब्द सरवण करो ते मुख पवित्र करो, आखो सतनाम। सब ने बोलना नाल। जाको हर रंग लागो इस जुग में, 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 जाको हर रंग लागो जुग में, जाको हर रंग लागो इस जुग में, जाको हर रंग लागो इस जुग में। वाहिगुरू जाको हर रंग लागो इस जुग में, बोलो जाको हर रंग लागो इस जुग में। नीरे गा मरे घर मगर सा, जाको हर रंग लागो इस जुग में, जाको हर रंग लागो इस जुग में। सो कैयत है सूरा, सो कैयत है सूरा, जाको हर रंग लागो इस जुग में, जाको हर रंग लागो इस जुग में।
ਬਖਸ਼ਿਸ਼ ਹੈ ਜੋ ਕਿ ਸੰਗਤਾਂ ਨੇ ਚੱਲ ਕੇ ਦਰਸ਼ਨ ਦਿੱਤੇ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਪਵਿੱਤਰ ਚਰਨ ਪਏ ਆ। ਟਵਾਣਾ ਸਾਹਿਬ ਦੇ ਬੀਬੀ ਸੁਰਿੰਦਰ ਕੌਰ ਬਾਣਾ ਸਾਰੇ ਪਰਿਵਾਰ ਦੇ ਗ੍ਰਹਿ ਵਿੱਚ ਸੰਗਤਾਂ ਨੇ ਚਰਨ ਪਾਏ ਆ। ਤੇ ਇਹ ਜਿਹੜਾ ਹਰ ਘੜੀ ਕਹਿਣਾ ਸਾਧ ਸੰਗਤ ਜੀ ਚੁੱਪ ਕਰ ਜਾਓ, ਸਾਧ ਸੰਗਤ ਜੀ ਗੱਲਾਂ ਨਾ ਕਰਿਓ, ਸਾਧ ਸੰਗਤ ਜੀ ਵਿਚਾਰ ਨਾ ਦਿਓ, ਤੇ ਇਹ ਕੋਈ ਸਿਆਣਪ ਨਹੀਂ ਹੁੰਦੀ। ਸੰਗਤ ਆਪ ਹੀ ਬਹੁਤ ਸਾਰੀ ਸਿਆਣੀ ਹੈ। ਗੁਰੂ ਕੇ ਸਿੱਖ ਪੜ੍ਹੇ ਲਿਖੇ ਹੈ, ਗੁਰਮੁਖ ਪਿਆਰੇ ਹੈ। ਤੇ ਫਿਰ ਹੋਰ ਗੱਲ ਵੱਡੀ ਇਹ ਹੈ ਕਿ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਗੁਰੂ ਹੈ, ਉਹਨਾਂ ਨੂੰ ਕੁਛ ਕਹਿਣ ਦੀ, ਉਹਨਾਂ ਨੂੰ ਕੁਛ ਬਚਨ ਕਹਿਣ ਦੀ ਜ਼ਰੂਰਤ ਨਹੀਂ ਹੈ। ਉਹ ਤਾਂ ਆਪ ਹੀ ਗੁਰੂਆਂ ਦੀ ਬਖਸ਼ਿਸ਼ ਹੈ ਸੰਗਤ 'ਤੇ। ਸੋ ਇਹ ਅੱਜ ਹਾੜ ਦਾ ਮਹੀਨਾ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਪਿਛਲਾ ਮਹੀਨਾ ਜੇਠ ਦਾ ਸੁੱਖ ਦਾ ਆਨੰਦ ਦਾ ਬਤੀਤ ਹੋਇਆ। ਸੰਗਤ ਵਾਹਿਗੁਰੂ ਨੇ ਬਖਸ਼ੀ। ਗੁਰਪੁਰਬ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਜੋ ਸੀ ਉਹ ਵੀ ਸਿੱਖ ਸੰਗਤਾਂ ਨੇ ਮਨਾਇਆ। ਬਹੁਤ ਧੂਮਧਾਮ ਨਾਲ ਲੰਗਰ ਪਾਣੀ ਚੱਲੇ। ਹੋਰ ਵੀ ਜਿੱਥੋਂ ਤੱਕ ਗੁਰਮੁਖਾਂ ਨੇ, ਬੀਬੀਆਂ ਭੈਣਾਂ ਨੇ, ਗੁਰੂ ਕੇ ਸਿੱਖਾਂ ਨੇ, ਬੱਚਿਆਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ। ਇਹ ਜੋ ਸ਼ਬਦ ਆਪ ਜੀ ਪੜ੍ਹ ਰਹੇ ਹੋ, ਅਬਨਾਸੀ ਜੀਵਨ ਕੋ ਦਾਤਾ, ਉਹ ਅਕਾਲ ਪੁਰਖ ਵਾਹਿਗੁਰੂ ਨਾਸ਼ ਤੋਂ ਰਹਿਤ ਹੈ। ਜੋ ਵੀ ਸੰਸਾਰ ਤੇ ਚੀਜ਼ ਪੈਦਾ ਹੋਈ ਹੈ, ਉਤਪੰਨ ਹੋਈ ਹੈ, ਜੋ ਬਣਨ ਵਿੱਚ ਆਈ ਹੈ, ਹੋਂਦ ਵਿੱਚ ਆਈ ਹੈ, ਸਾਰੀਆਂ ਚੀਜ਼ਾਂ ਨਾਸਵੰਤ ਹੈ। ਤੇ ਇੱਕ ਅਕਾਲ ਪੁਰਖ ਵਾਹਿਗੁਰੂ ਰੱਬ ਨਾਸ਼ ਤੋਂ ਰਹਿਤ ਹੈ, ਉਹ ਨਹੀਂ ਨਾਸ ਹੁੰਦਾ। ਕਿਉਂ ਪਵਿੱਤਰ ਗੁਰਬਾਣੀ ਦਾ ਫੈਸਲਾ ਅਬਨਾਸੀ ਜੀਵਨ ਕੋ ਦਾਤਾ, ਨਾਸ਼ ਤੋਂ ਰਹਿਤ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਸਾਰਿਆਂ ਜੀਆਂ ਦਾ ਦਾਤਾ, ਸਭ ਨੂੰ ਖਾਣ ਪੀਣ ਨੂੰ ਦਿੰਦਾ, ਸਭ ਨੂੰ ਕਾਰਾਂ ਚੜ੍ਹਨ ਵਾਸਤੇ ਦਿੱਤੀਆਂ, ਸਭ ਨੂੰ ਸੋਹਣੇ ਮਕਾਨ ਘਰ ਰਹਿਣ ਵਾਸਤੇ ਦਿੱਤੇ ਹੈ, ਸਭ ਨੂੰ ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਬਖਸ਼ਿਸ਼ ਕੀਤੀ ਹੈ। ਤੇ ਮਨੁੱਖਾ ਦੇਹੀ ਪਾ ਕੇ ਇਨਸਾਨ ਕੋਈ ਚੰਗੇ ਨਾ ਕੰਮ ਕਰੇ। ਇਹੀ ਇੱਕ ਗੱਲ ਸੋਚ ਛੱਡੇ ਵੀ ਰਾਤ ਨੂੰ ਕੰਮ ਤੇ ਜਾਣਾ ਤੇ ਦਿਨੇ ਸੌਣਾ, ਜਾਂ ਦਿਨੇ ਸੌਣਾ ਤੇ ਰਾਤ ਨੂੰ ਕੰਮ ਤੇ ਜਾਣਾ, ਤੇ ਜਾਂ ਕੋਈ ਵੀ ਇਹ ਗੱਲ ਸੋਚੋ ਨਾ। ਜਿੱਥੇ ਕੰਮ ਦੀ ਜ਼ਰੂਰਤ ਹੈ, ਦਸਾਂ ਨੇਹਾਂ ਦੀ ਕਿਰਤ ਦੀ ਜ਼ਰੂਰਤ ਹੈ, ਉੱਥੇ ਜੋ ਵਾਹਿਗੁਰੂ ਨੇ ਸਾਨੂੰ ਇਹ ਦਾਤ ਦਿੱਤੀ ਹੈ, ਉਸ ਦਾ ਧੰਨਵਾਦ ਕਰਨ ਲਈ ਵੀ ਜ਼ਰੂਰੀ ਟਾਈਮ ਇਨਸਾਨ ਕੋਲ ਹੋਣਾ ਚਾਹੀਦਾ। ਕਦੀ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ, ਮੰਦਰ ਵਿੱਚ ਬੈਠੇ, ਕਿਤੇ ਵੀ ਜਾਵੇ, ਜਿਹੜੀ ਵੀ ਚੀਜ਼ ਨੂੰ ਕੋਈ ਗ੍ਰਹਿਣ ਕਰਦਾ, ਮੰਨਦਾ। ਤੇ ਰੱਬ ਇੱਕ ਹੈ, ਅਵਲ ਅੱਲ੍ਹ ਨੂਰਿ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭੰਦੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਉਹ ਤਾਂ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਜ਼ਰਰੇ ਜ਼ਰਰੇ ਵਿੱਚ ਹੈ, ਉਹ ਬਚਨ ਕਰਥਨ ਕਰਦੇ ਆ ਭਈ ਤੈਨੂੰ ਸਾਰਾ ਕੁਛ ਦਿੱਤਾ, ਅੱਖਾਂ ਦਿੱਤੀਆਂ, ਚੱਲਣ ਨੂੰ ਹੱਥ ਪੈਰ ਦਿੱਤੇ, ਔਰ ਸੋਚਣ ਨੂੰ ਦਿਲ ਦਿਮਾਗ ਦਿੱਤਾ। ਸਾਰਾ ਸਰੀਰ ਜਿਹੜਾ ਇਹਦੇ ਇਕੱਲੇ ਇਕੱਲੇ ਜੇ ਅੰਗਾਂ ਦੀ ਗਿਣਤੀ ਕਰੀਏ ਤੇ ਕਰ ਨਹੀਂ ਸਕਦਾ। ਔਰ ਕਿਹੜੇ ਤਰੀਕੇ ਨਾਲ ਵਾਹਿਗੁਰੂ ਨੇ ਇਸ ਨੂੰ ਪੈਦਾ ਕੀਤਾ, ਬਣਾਇਆ। ਤੇ ਫਿਰ ਜੇ ਇੰਨਾ ਕੁਛ ਪਾ ਕੇ ਵੀ ਜੇ ਧੰਨਵਾਦ ਨਾ ਕਰੇ ਤੇ ਫਿਰ ਉਹਦੇ ਲਈ ਕੋਈ ਚੰਗੀ ਗੱਲ ਨਹੀਂ ਹੈ। ਤੇ ਉਹ ਗੱਲ ਕਥਨ ਕਰਦੇ ਆ, ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ। ਉਸ ਦਾ ਸਿਮਰਨ ਕਰਨ ਕਰਕੇ ਸਾਰੀ ਜਨਮਾਂ ਜਨਮਾਤਰਾਂ ਦੀ ਮੈਲ ਜਿਹੜੀ ਹੈ ਉਹ ਮਨੁੱਖ ਦੀ ਦੂਰ ਹੋ ਜਾਂਦੀ ਹੈ। ਤੇ ਮਨ ਨੂੰ ਸੰਬੋਧਨ ਕਰਕੇ ਅਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਉਹਨਾਂ ਨੇ ਤੇ ਉਹਨਾਂ ਦਾ ਤੇ ਆਪਣਾ ਆਪ ਸੁਧਾਰਿਆ ਹੀ ਹੈ। ਪਰ ਸਾਡੇ ਇੱਕ ਸੁਧਾਰਨ ਵਾਸਤੇ, ਸਾਡੇ ਭਲੇ ਲਈ ਇਹ ਬਚਨਾ ਤੇ ਇਹ ਕੋਈ ਉਹਨਾਂ ਦਾ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇ ਬਖਸ਼ਿਆ ਸੀ। ਸਿਰਫ ਇਹ ਸਾਨੂੰ ਸਮਝਾਇਆ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ,
अविनाशी जीयन को दाता सिमरत सब मल खोई। गुण निधान भगतन को वर्तन विरला पावे कोई। मेरे मन जप गुर गोपाल प्रभ सोई। गो नाम इंद्रियां दे पालन वाला जो अकाल पुरख वाहिगुरू है मन उस नूं जप। गो नाम इंद्रियां दे पालन वाला जिहड़ा अकाल पुरख वाहिगुरू है उस दा सिमरन कर। गो नामे गरीबां दी रखिया जिहड़ा करन वाला वा गऊआं दी रखिया जिहड़ा करदा उस नूं तूं सिमरना कर। मेरे मन जप गुर गोपाल प्रभ सोई। जां की सरन पिया सुख पाईए बहुर दुख ना होई। वड भागी साध संग प्राप्त। वड्डियां भागां वालियां नूं चंगे कर्मां वालियां नूं संगत दी प्राप्ति हुंदी है। नहीं तो इंसान लागों दी कई बार लंघ जांदा ते कई बार असीं इह वी वेखिआ ते गुरमुख प्यारे हुण तां सतगुरु दी बहुत सारी बख्शिश है और रंग लागत लागत है। कई गुरमुख असीं ये भी वेख्या सी बीबियां भैणां नूं जां अपणियां धर्म पत्नी नूं ये बचन कहना भई तूं गुरुद्वारे जे जाना तो जा चली जा, इन्ने टाइम ते तूं गुरु घर विचों बाहर आ जी, मैं तैनूं उत्थों आप ही चुक लूँ। जानी आप नहीं जाना, कहण दा मतलब भी आप नहीं जाना। ये भी एक माड़े कर्मां दा फल है। ये भी एक समझ लो भी बहुत माड़े कर्म होण ते तां इदां दे बचन इंसान करदा। वड भागी साध संग प्राप्त तिन भेटत दुरमत खोई। खोटी मत जिहड़ी है वो दूर हो जाती है जे अकाल पुरख वाहिगुरू दी संगत प्राप्त होवे। वड भागी साध संग प्राप्त तिन भेटत दुरमत खोई। तिन की धूर नानक दास बंछ है जिन हर नाम हृदय परोई। जिन्हां दे हिरदे विच प्रभु दा नाम वसिया। गुरु अर्जन साहब जी कहंदे असीं उहदी हमेशा धूरी ग्रहण करते हैं और वो साध संगत की धूड़ी हमेशा मंगते हैं। सो सतगुरु रहमत करे। अगला शब्द सरवण करो तो प्यार नाल कीर्तन करना। कलयुग में कीर्तन प्रधाना गुरमुख जपीए लाए ध्याना। फिर एक गल होर भी है, कहंदे भई मनुख जागदा बहुत तरीके नाल। कई बार इंसान नूं कई इहो जिहे दुख आ रात सारी नींदरा नहीं आउंदी। कई बार कोई इहो जिहा जानी इसनूं फिक्र हुंदा सारी सारी रात ही नहीं सौंदा। ते चोर भी जागदे आ सारी रात, जिन्हां ने चोरी करनी है सारी सारी रात ही जागदे रहिंदे आ। जुआ खेडण वाले जुआरी जिहड़े आ वो भी सारी सारी रात जागदे आ। पर जागना आ जिथे तुसीं बैठे हो आपां मिल के संगत दे रूप विच बैठे आ वो सफला। गुरु अर्जन साहब जी का प्रमाण है। वो कहंदे जागना जागण नीका हर कीर्तन में जागना। हरि दे कहंदे जागना किहड़ा श्रेष्ठ आ, कहंदे जिहड़ा हरि दे कीर्तन कथा संगत विच जागना ये एक श्रेष्ठ है। सो तुसीं भागां वाली संगतां सारे ने ये शब्द मिल के बोलना और सब ने गुरु दीयां खुशियां प्राप्त करनियां ते मिल मिल के नाल कीर्तन करना। प्रभ जीओ
ਪ੍ਰਭ ਆਪਣੇ ਕਾਰ ਸੇਵਾ ਸੇਵਕ ਪ੍ਰਭ ਆਪਣੇ ਕਾਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਨੀਚ ਬੁਝਾਈ ਜਿਨ ਮਨ ਕੀ ਨੀਚ ਬੁਝਾਈ ਤਖਤ ਤਾਜ ਬ੍ਰਹਮ ਲੋਕ ਵਿਸ਼ਨ ਰਾਜ ਕਹਿੰਦੇ ਗੁਰਬਾਣੀ ਪੜ੍ਹਨ ਕਰਕੇ ਕੀਰਤਨ ਕਰਨ ਕਰਕੇ ਸਿਮਰਨ ਕਰਦਿਆਂ ਕੀ ਪ੍ਰਾਪਤ ਹੁੰਦਾ ਤੇ ਉਹ ਬਚਨ ਲਿਖਿਆ ਰਿੱਧ ਸਿੱਧ ਤਖਤ ਤਾਜ ਰਿੱਧੀਆਂ ਸਿੱਧੀਆਂ ਦੀਆਂ ਬਰਕਤਾਂ ਤਖਤ ਪ੍ਰਾਪਤ ਹੁੰਦੇ ਆ ਜਿਹੜੇ ਗੁਰਬਾਣੀ ਦੇ ਪੜ੍ਹਨ ਵਾਲੇ ਆ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣ ਕੇ ਤੇ ਇਹ ਮਨ ਵਿੱਚ ਇੱਛਾ ਪ੍ਰਗਟ ਕੀਤੀ ਗੁਰੂ ਨਾਨਕ ਸਾਹਿਬ ਦੀ ਸਿੱਖ ਨੂੰ ਗੱਦੀ ਦੇ ਦਈਏ। ਗੁਰਬਾਣੀ ਦੇ ਬਰਾਬਰ ਗੁਰਬਾਣੀ ਦੇ ਸਦਰਸ਼ ਹੋਰ ਸਾਡੇ ਕੋਲ ਕੋਈ ਚੀਜ਼ ਨਹੀਂ ਔਰ ਗੱਦੀ ਬਖਸ਼ ਦਈਏ। ਪਰ ਕਰਮਾਂ ਦੇ ਅਨੁਸਾਰ ਗੁਰੂ ਕੇ ਸਿੱਖ ਦਾ ਮਨ ਇਹ ਹੋ ਗਿਆ ਇਹ 5 ਘੋੜੇ ਜਿਹੜੇ ਆਏ ਸੀ ਉਹ ਸਾਰਿਆਂ ਨੂੰ ਇੱਕ ਇੱਕ ਦੇ ਦਿੱਤਾ ਤੇ ਮੈਂ ਤੇ ਉਸੇ ਤਰ੍ਹਾਂ ਹੀ ਰਹਿ ਗਿਆ, ਮੈਨੂੰ ਦਿੱਤਾ ਹੀ ਨਹੀਂ। ਉਹ ਮੈਨੂੰ ਘੋੜਾ ਕਿਤੇ ਸਤਿਗੁਰੂ ਬਖਸ਼ ਦੇਣ। ਜਪਜੀ ਸਾਹਿਬ ਦਾ ਪਾਠ ਸੁਣ ਕੇ ਮੈਂ ਸ਼ੁੱਧ ਕੀਤਾ ਤੇ ਬਹੁਤ ਚੰਗਾ। ਜਦੋਂ ਸਤਿਗੁਰੂ ਗੱਦੀ ਤੋਂ ਪਾਸੇ ਹੋਣ ਨੂੰ ਫਿਰਨ ਇੱਛਾ ਕਰਨ ਹਿੱਲਣ ਵੀ ਆਸਣ ਛੱਡ ਦਈਏ ਗੱਦੀ
ਤੇ ਉਦੋਂ ਉਹਦੇ ਮਨ ਦੇ ਵਿੱਚ ਇਹੀ ਸੈਂਸ ਆ ਜਾਵੇ ਕਿ ਖੋਰੇ ਸਤਿਗੁਰੂ ਮਹਾਰਾਜ ਚੱਲੇ ਹੀ ਆ ਉੱਠ ਕੇ। ਕੁਦਰਤੀ ਕਰਮਾਂ ਦੀ ਗੱਲ ਹੈ, ਕੋਈ ਬਸ ਨਹੀਂ ਕਿਸੇ ਦਾ। ਉਹ ਗੱਲ ਕਥਨ ਕਰਦੇ ਆ, ਰਿੱਧ ਸਿੱਧ ਤਖਤ ਤਾਜ, ਬ੍ਰਹਮ ਲੋਕ ਵਿਸ਼ਨ ਰਾਜ, ਇੰਦਰਪੁਰੀ ਦਾ ਸਮਾਜ, ਨਿਤਾ ਪ੍ਰਤ ਮਾਣੀ ਦਾ, ਦੇਵੀ ਦੇਵ ਜਤੀ ਪੀਰ, ਸਾਧ ਸੰਤ ਵਰਤੀ ਧੀਰ, ਬ੍ਰਹਮ ਗਿਆਨੀ ਜਾਣੀ ਦਾ, ਨਿਡਰ ਨਿਰਲੋਭ ਅਖੋਭ, ਨਿਰਵੈਰ ਨਿਮਰ ਭਾਵ, ਰੋਸ਼ਨ ਜਮੀਰ ਜਾਣੀ ਜਾਣ ਚਾਰ ਖਾਣੀ ਦਾ, ਮੁਕਤ ਭੁਗਤ ਹੱਥ ਜੋੜ ਦਵਾਰ ਖੜੀ ਰਹੇ, ਹੋਵੇ ਜੋ ਪ੍ਰੇਮੀ ਨੇਮੀ, ਸ਼ੁੱਧ ਗੁਰਬਾਣੀ ਦਾ। ਸ਼ੁੱਧ ਗੁਰਬਾਣੀ ਦਾ ਜੋ ਪਾਠ ਕਰਦੇ ਆ ਉਹਨਾਂ ਨੂੰ ਕੋਈ ਡਰ ਭੌ ਨਹੀਂ ਲੱਗਦਾ। ਔਰ ਜਦੋਂ ਤੁਸੀਂ ਰਾਤ ਨੂੰ ਸੌਣਾ ਕੀਰਤਨ ਸੋਲੇ ਦਾ ਪਾਠ ਕਰਕੇ ਸਮੋ, ਔਰ ਤੁਹਾਨੂੰ ਕੋਈ ਸੁਪਨਾ ਨਹੀਂ ਆਊਗਾ ਔਰ ਕੋਈ ਵੀ ਡਰ ਭੌ ਨਹੀਂ ਲੱਗੇਗਾ, ਔਰ ਤੁਹਾਡੀ ਵਾਹਿਗੁਰੂ ਆਪ ਸਹਾਇਤਾ ਕਰੇਗਾ। ਕੀਰਤਨ ਸੋਲੇ ਦਾ ਮਤਲਬ ਇਹ ਹੈ ਨਾਲੇ ਕਿ ਹਰ ਬੰਦਿਆ ਕਹਿੰਦੇ ਨਹੀਂ ਹੁੰਦੇ ਵੀ ਕੀਰਤਨ ਸੋਲਾ ਪੜ੍ਹਿਆ ਗਿਆ, ਇਹਦਾ ਮਤਲਬ ਇਹ ਆ ਵੀ ਸੰਸਾਰ ਤੋਂ ਹਰ ਕਿਸੇ ਨੇ ਜਾਣਾ ਹੀ ਆ। ਕੋਈ ਅੱਜ ਚਲਾ ਗਿਆ, ਕੋਈ ਕੱਲ੍ਹ ਚਲੇ ਗਿਆ, ਕੋਈ ਪਰਸੋਂ ਚਲੇ ਗਿਆ, ਇੱਦਾਂ ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ ਦੇ ਵਾਕ ਅਨੁਸਾਰ। ਔਰ ਜਿਹੜਾ ਕੋਈ ਸ਼ੁਭ ਕਰਮ ਇਨਸਾਨ ਕਰ ਲਵੇ, ਸੰਗਤ ਕਰ ਲਵੇ, ਸਿਮਰਨ ਕਰ ਲਵੇ, ਉਹੀ ਆਪਣਾ। ਇਸ ਕਰਕੇ ਨਿੰਦਿਆ ਚੁਗਲੀ ਤੋਂ ਬਚੀਏ ਤੇ ਬਹੁਤ ਚੰਗੀ ਗੱਲ ਹੈ। ਕਲਯੁਗ ਦੀ ਹਵਾ ਤੋਂ ਬਚੀਏ। ਸੰਤਾਂ ਵਿੱਚ ਵੀ ਕਲਯੁਗ ਪੈ ਜਾਂਦਾ, ਸਾਰਿਆਂ ਵਿੱਚ ਵੀ ਕਲਯੁਗ ਆਪਣੀ ਹਵਾ ਛੱਡਦਾ, ਤੇ ਘਰਾਂ ਵਿੱਚ ਵੀ, ਗ੍ਰਸਤੀਆਂ ਵਿੱਚ ਵੀ, ਬਨਪ੍ਰਸਤੀਆਂ ਵਿੱਚ ਵੀ। ਔਰ ਭਾਗਾਂ ਵਾਲੇ ਗੁਰੂ ਕੇ ਸਿੱਖ ਹੈ ਉਹ ਇਹਨਾਂ ਚੀਜ਼ਾਂ ਤੋਂ ਫਿਰ ਛਾਲ ਮਾਰ ਕੇ ਨਿਕਲ ਜਾਂਦੇ ਆ। ਔਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ, ਕਲਯੁਗ ਇਹ ਮੇਰੇ ਸਿੱਖਾਂ ਨੂੰ ਨਾ ਤੰਗ ਕਰੀ। ਕਹਿੰਦਾ ਮਹਾਰਾਜ ਮੈਨੂੰ ਫਿਰ ਥੋੜ੍ਹਾ ਬਹੁਤਾ ਤੇ ਮੌਕਾ ਦਿਓ, ਥੋੜ੍ਹਾ ਤੇ ਟਾਈਮ ਦਿਓ। ਕਹਿੰਦੇ ਨਹੀਂ ਤੂੰ ਨਾ ਆਈ, ਵੀ ਇਹ ਜਿੱਥੇ ਵੀ ਤੂੰ ਹੋਇਆ। ਕਲਯੁਗ ਦਾ ਮਤਲਬ ਇਹ ਆ ਵੀ ਰੌਲਾ ਪੈਣਾ, ਝਗੜਾ, ਈਰਖਾ, ਨਿੰਦਿਆ, ਚੁਗਲੀ, ਹੋਰ ਕਲਾ ਜਿਹਨੂੰ ਕਹਿੰਦੇ ਆਪਾਂ ਕਹਿੰਦੇ ਨਾ ਵੀ ਕਲਾ ਦਾ ਯੁੱਗ ਆਇਆ, ਕਲਾ, ਪਰ ਨਹੀਂ ਇਹ ਕਲਾ ਦਾ ਯੁੱਗ ਹੈ। ਔਰ ਫਿਰ ਗੁਰੂ ਨਾਨਕ ਸਾਹਿਬ ਨੂੰ ਉਹਨੇ ਬਹੁਤੀ ਬੇਨਤੀ ਕੀਤੀ, ਮਹਾਰਾਜ ਮੇਰਾ ਰਾਜ ਹੈ ਕਮ ਸੇ ਇੱਕ ਗੱਲ। ਦੂਸਰੀ ਗੱਲ ਹੈ ਵੀ ਮੇਰਾ ਆਧਾਰ ਕਰੋ, ਮੈਂ ਤੁਹਾਡੇ ਦਰਸ਼ਨ ਕੀਤੇ ਹੈ। ਪਹਿਲਾਂ ਬਹੁਤ ਹਾਵ ਭਾਵ ਕੀਤੇ ਉਹਨੇ, ਮੀਂਹ ਵੀ ਬਰਸਾਇਆ, ਗੜੇ ਵੀ ਪਏ, ਬੜੇ ਬੜੇ ਉਤੋਂ ਬਰਫ਼ ਦੇ ਢੇਲੇ ਡਿਗੇ। ਮਰਦਾਨਾ ਕਹਿੰਦਾ ਮਹਾਰਾਜ ਬਚਣਾ ਨਹੀਂ ਹੁਣ। ਮਹਾਰਾਜ ਕਹਿੰਦੇ ਚੁੱਪ ਕਰਕੇ ਬੈਠਾ ਰਹੋ, ਤੂੰ ਫਿਕਰ ਨਾ ਕਰ, ਲੀਕ ਵਾਦੇ ਇਹਦੇ ਅੰਦਰ ਅੰਦਰ ਕੋਈ ਚੀਜ਼ ਨਹੀਂ ਆਉਣੀ। ਜਦੋਂ ਥੱਕ ਗਿਆ ਤੇ ਫਿਰ ਬੇਨਤੀ ਕੀਤੀ, ਮਹਾਰਾਜ ਮੇਰੀ ਕੋਈ ਸੇਵਾ ਪ੍ਰਵਾਨ ਕਰੋ। ਉਹ ਮਹਾਰਾਜ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਵੀ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਚੰਗਾ। ਸਾਨੂੰ ਮੰਦਰਾਂ ਦੀ ਵੀ ਨਹੀਂ ਲੋੜ, ਮੋਤੀਆਂ ਦੀ ਜਿਹੜੇ ਤੂੰ ਜੜਤਕਾਰੀ ਕਰਕੇ ਦੇਣੇ ਆ, ਔਰ ਲਿਖ ਕੇ ਜਿਹੜੇ ਕੇਸਰ ਤੇ ਕਸਤੂਰੀ ਆਦਿ ਦਾ ਲੇਪਣ ਕਰਨਾ, ਉਹ ਵੀ ਨਹੀਂ ਸਾਨੂੰ ਜ਼ਰੂਰਤ। ਤੇ ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ ਮੇਰਾ ਆਧਾਰ ਤੇ ਹੋਵੇ। ਕਹਿੰਦੇ ਵੀ ਤੂੰ ਸੰਗਤ ਵਿੱਚ ਨਾ ਜਾਈ, ਸੰਗਤ ਬੜੀ ਸੋਹਣੀ ਸ਼ਾਂਤੀ ਨਾਲ ਬੈਠੀ ਹੁੰਦੀ ਹੈ, ਤੇ ਉੱਥੇ ਨਾ ਜਾਈ। ਕਹਿੰਦਾ ਮਹਾਰਾਜ ਮੇਰਾ ਆਧਾਰ ਕਿੱਦਾਂ ਹੋਵੇ? ਕਹਿੰਦੇ ਜੋੜਿਆਂ 'ਚ ਬੈਠਾ ਰਹੀ। ਮਹਾਰਾਜ ਕਹਿੰਦੇ ਜੋੜਿਆਂ 'ਚ ਤੇ ਬੈਠਾ ਰਹੂੰ, ਫਿਰ ਮੇਰਾ ਪਤਾ ਕਿੱਦਾਂ ਲੱਗੂ? ਕਿਰਪਾ ਕਰਕੇ ਥੋੜੀ ਤਾਂ ਛੋੜ ਦਿਓ। ਕਹਿੰਦੇ ਫਿਰ ਜਦ ਪ੍ਰਸ਼ਾਦ ਵਰਤਣ ਲੱਗੂਗਾ ਉਦੋਂ ਆ ਜਾ ਕਰ। ਦੇਖਿਆ ਹੁਣ ਕਿਸ ਤਰ੍ਹਾਂ ਮਤਲਬ ਰੌਲਾ ਪੈਂਦਾ ਕਈ ਵਾਰ। ਔਰ ਇਹ ਕਲਯੁਗ ਦਾ ਪ੍ਰਭਾਵ ਹੀ ਕੁਦਰਤੀ ਹੈ। ਭਾਗਾਂ ਵਾਲੇ ਗੁਰੂ ਕੇ ਸਿੱਖ ਜਿਹੜੇ ਆ ਉਹ ਛਾਲ ਮਾਰ ਕੇ ਨਿਕਲ ਜਾਂਦੇ। ਕਹਿੰਦੇ ਜੋ ਹੁੰਦਾ ਹੋਈ ਜਾਏ, ਜੋ ਕੋਈ ਲੈ ਗਿਆ ਲੈ ਜਾਵੇ, ਜੋ ਕੋਈ ਖਾ ਗਿਆ ਖਾ ਜਾਵੇ, ਜੇ ਕੋਈ ਰੱਖ ਗਿਆ ਤੇ ਰੱਖ ਜਾਵੇ। ਔਰ ਦਾਨ ਪੁੰਨ ਕਰਨ ਵਾਲੇ ਬਹੁਤੇ ਆ ਤੇ ਲੈ ਕੇ ਜਾਣ ਵਾਲੇ ਥੋੜੇ ਆ, ਖਾਣ ਪੀਣ ਵਾਲੇ ਥੋੜੀ ਆ ਸੰਗਤ। ਔਰ ਵੇਖ ਲਓ ਵੀ ਇੱਥੇ ਕਿੰਨੇ ਲੰਗਰ ਚੱਲਦੇ ਆ। ਔਰ ਜਿੱਦਣ ਦੇ ਤੁਹਾਡੇ ਚਰਨਾਂ ਵਿੱਚ ਦਾਸ ਹਾਜ਼ਰ ਹੋਏ ਆ, ਔਰ ਤੁਸੀਂ ਖਾਣ ਪੀਣ ਨੂੰ ਵੀ ਦਿੰਦੇ ਆ, ਰਹਿਣ ਲਈ ਵੀ ਜਗ੍ਹਾ ਦਿੱਤੀਆਂ, ਔਰ ਬਸਤਰ ਤੇ ਮਾਇਆ ਦਾ ਕੋਈ ਅੰਬਾਰ ਲੱਗੇ ਆ। ਇਹ ਇੱਕ ਸੰਗਤ ਦੀਆਂ ਬਰਕਤਾਂ, ਕੋਈ ਮੁੱਕਦਾ ਇੱਥੇ ਸੰਗਤ ਕੋਲੋਂ। ਗੁਰੂ ਕੇ ਸਿੱਖ ਇਕੱਲੇ ਇਕੱਲੇ ਇੱਕ ਇੱਕ ਗੁਰਦੁਆਰਾ ਜਾਂ ਧਰਮਸ਼ਾਲਾ ਜਾਂ ਹਸਪੀਟਲ ਬਣਾ ਸਕਦੇ ਆ, ਪਰ ਇਹ ਤਿਲਫੁਲ ਜਿਹੜਾ ਸੰਗਤਾਂ ਨੇ ਸੇਵਾ ਕੀਤੀ ਹੈ, ਮੈਂ ਬਹੁਤ ਸਾਰਾ ਧੰਨਵਾਦੀ ਹਾਂ। ਔਰ ਬੱਚਿਆਂ ਦਾ, ਬੀਬੀਆਂ ਭੈਣਾਂ ਦਾ, ਗੁਰੂ ਕੇ ਸਿੱਖਾਂ ਦਾ, ਵੱਡੇ ਤੋਂ ਲੈ ਕੇ ਛੋਟਿਆਂ ਦਾ, ਹਰ ਦੇ ਮੈਂ ਧੰਨਵਾਦ ਕਰਦਾ। ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਵੱਲੋਂ, ਮੈਮੋਰੀਅਲ ਜੋ ਹਸਪੀਟਲ ਹੈ ਉਹਨਾਂ ਦੇ ਸੰਗਤ ਵੱਲੋਂ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਹੈ। ਸੋ ਸਤਿਗੁਰੂ ਬਖਸ਼ਾਏ ਔਰ ਆਪਣੇ ਚਰਨਾਂ ਦਾ ਓਟ ਤੇ ਆਸਰਾ ਦੇਵੇ। ਔਰ ਤੁਕ ਇਹ ਸਭ ਨੇ ਮਿਲ ਕੇ ਬੋਲਣੀ। ਪਿਆਰ ਨਾਲ ਆਖੋ ਸਤਨਾਮ ਸੇਵਾ। ਸਤਿਗੁਰ ਨਾਮ ਨਿਦਾਨ ਦਰੜਾਇਆ, ਸਤਿਗੁਰ ਨਾਮ ਨਿਦਾਨ
ਪਿੱਛੇ ਅੱਜ ਤਿਵਾਣਾ ਜੀ ਦਾ ਅਸੀਂ ਬਹੁਤ ਗੁਰੂ ਹਰਿਰਾਏ ਸਾਹਿਬੀਆਂ ਦਾ ਸੰਗਤਾਂ ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤ ਇਕੱਠੀ ਕੀਤੀ ਹੈ। ਸੰਗਤ ਜੋ ਇਕੱਠੀ ਕਰਨੀ ਹੈ ਨਾ, ਇਹ ਬਹੁਤ ਵੱਡਾ ਪੁੰਨ ਹੁੰਦਾ। ਨਾਮ ਜਪਣਾ, ਕੀਰਤਨ ਕਰਵਾਉਣੇ ਆਪਣੇ ਘਰ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਾਉਣੇ, ਦਸਾਂ ਨਹਾਰਾਂ ਦੀ ਕਿਰਤ ਵਿੱਚੋਂ ਜੋ ਲੰਗਰ ਚੱਲਣੇ ਆ, ਇਹ ਗ੍ਰਹਿਆਂ ਦਾ ਨਾਸ ਹੁੰਦਾ। ਜੇ ਕਿਸੇ ਨੂੰ ਕਹਿ ਕੇ ਵੀ ਦਾਨ ਕਰਵਾ ਲਈਏ ਉਹ ਵੀ ਫਾਇਦਾ ਹੀ ਹੈ। ਸੋ ਸਤਿਗੁਰੂ ਮਿਹਰਾਂ ਕਰੇ ਔਰ ਭੁੱਲਾਂ ਚੁੱਕਾਂ ਮਾਫ਼ ਕਰੇ। ਤੇ ਸਭ ਨੇ ਅੱਜ ਸੰਗਰਾਂਦ ਹੈ। ਮੈਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ 12 ਮਾਹਾਂ ਦਾ ਪਹਿਲਾ ਪਾਠ ਕਰਨ ਤੇ ਫਿਰ ਸਾਰਾ ਪ੍ਰੋਗਰਾਮ ਹੋਵੇਗਾ। ਉਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਕਰਾਂਗੇ ਤੇ ਸਾਰੇ ਪ੍ਰੋਗਰਾਮ ਟਾਈਮ ਸਿਰ ਸਮਾਪਤ ਹੋਣਗੇ। ਸਰਬ ਸੰਗਤਾਂ ਦਾ ਨਿਵਾਜ ਕੀਤਾ ਜਾਂਦਾ। ਹੜ੍ਹ ਦਾ ਮਹੀਨਾ ਜਿਹੜਾ ਉਹ ਸਾਰਿਆਂ ਨੂੰ ਸੁੱਖ ਦਾ ਬਤੀਤ ਹੋਵੇ, ਸਾਰਿਆਂ ਨੇ ਸਰਵਣ ਕਰਨਾ। ਮੇਰੇ ਆਪਣੇ ਬੱਚਿਆਂ ਵਰਗੇ ਬੱਚੇ ਬੈਠੇ ਨੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮੇਰੇ ਵਾਸਤੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਦਾ ਦਿਵਸ ਕਿਧਰੇ ਨਾ ਕਿਧਰੇ ਇਹ ਸਾਰਾ ਮਹੀਨਾ ਮਨਾਇਆ ਜਾਂਦਾ ਹੈ, ਪਰ ਅੱਜ ਦੇਸੀ ਮਹੀਨੇ ਦਾ ਸੰਗਰਾਂਦ ਦਾ ਦਿਨ ਵੀ ਹੈ। ਇਸ ਕਰਕੇ ਮੈਂ ਚਾਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਵੀ ਕੁਝ ਕਿਹਾ ਜਾਏ, ਗ੍ਰੰਥ ਸਾਹਿਬ ਦੇ ਵਿੱਚੋਂ ਹੀ ਤਾਕਤ ਸ਼ਬਦ ਦੇ ਰੂਪ ਦੀ ਲੈ ਕੇ ਮੈਂ ਕੋਸ਼ਿਸ਼ ਕਰਾਂਗਾ ਕਹਿਣ ਦੀ। ਪੰਜਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਵਸ ਮਨਾਉਣ ਕਰਕੇ ਮੈਂ ਪੰਜਵੀਂ ਪਾਤਸ਼ਾਹੀ ਦੇ ਵਿਯੋਗ ਦੀ ਗੱਲ ਦੱਸਣ ਲੱਗਾ। ਇਹ ਪੰਜਵੀਂ ਪਾਤਸ਼ਾਹੀ 3 ਭਰਾ ਸੀ, ਵੱਡੇ ਦੇ ਵਿਚਕਾਰਲੇ ਸੀ, ਉਹਨਾਂ ਤੋਂ ਛੋਟੇ। ਵੱਡੇ ਭਰਾ ਥੋੜੇ ਜਿਹੇ ਗੁਰੂ ਗੱਦੀ ਦੇ ਲਾਲਚੀ ਸੀ। ਆਪ ਪੰਜਵੀਂ ਪਾਤਸ਼ਾਹੀ ਗੁਰੂ ਦੀ ਸੇਵਾ ਚ ਲਗਨ ਲੀਨ ਸੀ। ਤੇ ਛੋਟੇ ਭਰਾ ਇਹਨਾਂ ਦੇ ਬਿਲਕੁਲ ਹੀ ਮਸਤ ਮੌਜੀ ਭਗਤੀ ਦੇ ਵਿੱਚ ਲੀਨ ਹੈਗੇ ਸੀਗੇ। ਪੰਜਵੀਂ ਪਾਤਸ਼ਾਹੀ ਆਪਣੇ ਪਿਤਾ ਜੀ ਚੌਥੀ ਪਾਤਸ਼ਾਹੀ ਦੇ ਮੋਹ ਦੇ ਵਿੱਚ, ਇੱਕ ਤਾਂ ਪਿਤਾ ਹੋਣ ਦੇ ਨਾਤੇ, ਦੂਸਰੇ ਗੁਰੂ ਰੂਪ ਦੇ ਵਿੱਚ ਉਹਨਾਂ ਨੂੰ ਬਹੁਤ ਲਾਡ ਪਿਆਰ ਕਰਦੇ ਸੀ। ਔਰ ਜਦੋਂ ਇਹਨਾਂ ਦੇ ਜੇਠੇ ਭਰਾ ਦੀ ਸ਼ਾਦੀ ਸੀ ਤਾਂ ਇਹਨਾਂ ਦੇ ਤਾਇਆ ਜੀ ਚੌਥੀ ਪਾਤਸ਼ਾਹੀ ਕੋਲ ਆਏ ਕਿ ਜੀ ਇਹਨਾਂ ਦੇ ਜੇਠੇ ਭਰਾ ਦਾ ਵਿਆਹ ਹੈ, ਆਪਣੇ ਘਰੋਂ ਕਿਸੇ ਨੂੰ ਭੇਜੋ। ਤੇ ਚੌਥੀ ਪਾਤਸ਼ਾਹੀ ਨੇ ਆਪਣੇ ਵੱਡੇ ਪੁੱਤਰ ਨੂੰ ਬੁਲਾਇਆ ਤੇ ਉਹਨਾਂ ਨੂੰ ਵਿਆਹ ਤੇ ਜਾਣ ਵਾਸਤੇ ਕਿਹਾ। ਉਹਨੇ ਕਿਹਾ ਕਿ ਮੈਂ ਸ਼ਾਇਦ ਜਾਵਾਂ ਔਰ ਇੱਥੇ ਮੈਨੂੰ 2 ਮਹੀਨੇ ਲੱਗ ਜਾਣ, 3 ਮਹੀਨੇ ਲੱਗ ਜਾਣ, ਤੇ ਚੌਥੀ ਪਾਤਸ਼ਾਹੀ ਉਹਨਾਂ ਦੇ ਪਿਤਾ ਜੀ ਕਿਧਰੇ ਗੁਰੂ ਗੱਦੀ ਛੋਟੇ ਭਰਾ ਨੂੰ ਨਾ ਦੇ ਦੇਣ। ਉਹਨਾਂ ਨੇ ਕਿਹਾ ਮਹਾਰਾਜ ਜੀ ਇੱਥੇ ਦਾ ਕੰਮ ਕਿਸ ਤਰ੍ਹਾਂ ਚੱਲੇਗਾ, ਤੇ ਚੰਗਾ ਹੈ ਕਿ ਤੁਸੀਂ ਉਸ ਤੇ ਛੋਟੇ ਨੂੰ ਭੇਜ ਦਿਓ। ਛੋਟੇ ਨੂੰ ਪੁੱਛਿਆ, ਉਹ ਕਹਿੰਦਾ ਮੈਨੂੰ ਸਮਾਜਿਕ ਵਿਵਹਾਰਾਂ ਨਾਲ ਕੋਈ ਕੰਸਰਨ ਨਹੀਂ ਹੈਗਾ। ਉਹ ਆਪਣੀ ਭਗਤੀ ਚ ਲੀਨ ਮਸਤ, ਉਹ ਵੀ ਜਾਣ ਨੂੰ ਤਿਆਰ ਨਹੀਂ ਹੋਏ। ਤਾਂ ਫਿਰ ਉਹਨਾਂ ਨੇ ਪੰਜਵੀਂ ਪਾਤਸ਼ਾਹੀ ਨੂੰ ਪੁੱਛਿਆ। ਉਹਨਾਂ ਨੇ ਕਿਹਾ ਕਿ ਜੋ ਹੁਕਮ ਕਰੋ ਮੈਂ ਮਨਜ਼ੂਰ ਹੈਗਾ। ਤਾਂ ਇਹਨਾਂ ਨੂੰ ਭੇਜਿਆ ਗਿਆ। ਉੱਥੇ ਜਿਹੜੇ ਇਹਨਾਂ ਨੇ 3 ਮਹੀਨੇ ਵਿਯੋਗ ਦੇ ਕੱਟੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਦੇ ਰੂਪ ਦੇ ਵਿੱਚ ਕਾਫੀ ਗਿਆਨ ਵਾਲੀ ਸੰਗਤ ਬੈਠੀ ਹੈਗੀ ਹੈ। ਮੈਨੂੰ ਤਾਂ ਬਹੁਤ ਗਿਆਨ ਘੱਟ ਹੈਗਾ, ਪਰ ਤੁਸੀਂ ਕਈ ਵਾਰੀ ਪੜ੍ਹੇ ਹੋਣਗੇ। ਉਹਨਾਂ ਨੇ 3 ਚਿੱਠੀਆਂ ਦੇ ਰੂਪ ਦੇ ਵਿੱਚ ਲਿਖੇ ਸੀ ਔਰ ਚੌਥੀ ਉਹਨਾਂ ਨੇ ਉੱਥੇ ਆ ਕੇ ਪੂਰੀ ਕੀਤੀ ਹੈਗੀ ਹੈ। ਔਰ ਪੰਜਵੀਂ ਪਾਤਸ਼ਾਹੀ ਨੇ ਐਡੇ ਵੱਡੇ
ਲਿਖਾਰੀ ਹੈਗੇ ਸੀ ਕਿ ਜਿਨ੍ਹਾਂ ਦਾ ਘੱਟ ਤੋਂ ਘੱਟ ਮੈਂ ਤੇ ਨਹੀਂ ਮੁਕਾਬਲਾਦਾਰ ਕੋਈ ਬੰਦਾ ਲੱਭ ਸਕਦਾ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਜਨਾ ਕੀਤੀ ਹੈ। ਔਰ ਵਿਰਾਗ ਦੇ ਪਾਤਸ਼ਾਹ ਔਰ ਭਗਤੀ ਲੀਨ ਦੇ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ, ਉਸ ਤੋਂ ਉੱਤੇ ਕੁਰਬਾਨੀ ਦੇ ਵਿੱਚ ਵੀ ਕੋਈ ਨਹੀਂ ਸੀ। ਇਹ ਜਿਹੜੇ 3 ਮਹੀਨੇ ਆਪਣੇ ਪਿਤਾ ਜੀ ਤੋਂ ਚੌਥੀ ਪਾਤਸ਼ਾਹੀ ਤੋਂ ਦੂਰ ਰਹੇ, ਉੱਥੋਂ ਇਹਨਾਂ ਦੇ ਵਿੱਚ ਪ੍ਰਯੋਗ ਬਹੁਤ ਜ਼ਿਆਦਾ ਭਰਿਆ। ਔਰ ਸਾਡੇ ਕੋਲ ਇੱਥੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਆਏ ਨੇ, ਮੈਨੂੰ ਨਾਂ ਲੈ ਕੇ ਉਚਾਰਨ ਕਰਨਾ ਪੈ ਰਿਹਾ, ਵੈਸੇ ਮੈਂ ਤੇ ਕਰ ਇਹਨਾਂ ਨੂੰ ਬਾਬਾ ਜੀ ਸੱਦਾ ਹੈਗਾ। ਤੇ ਦੁਨਿਆਵੀ ਰਿਸ਼ਤੇ ਦੇ ਵਿੱਚ ਜਿਸ ਤਰ੍ਹਾਂ ਮਾਂ ਦਾ ਤੇ ਔਲਾਦ ਦਾ ਪਿਆਰ ਹੁੰਦਾ ਹੈ, ਔਲਾਦ ਵੱਡੀ ਹੋ ਕੇ ਮਾਂ ਨੂੰ ਜਿੰਨੇ ਮਰਜ਼ੀ ਪੈਸੇ ਭੇਜੇ ਪਰ ਉਹ ਪੈਸਿਆਂ ਨਾਲ ਪਿਆਰ ਨਹੀਂ ਪ੍ਰਾਪਤ ਕਰ ਸਕਦੀ। ਇਹਨਾਂ ਨੇ 10 ਦਿਨਾਂ ਦੇ ਵਿੱਚ 14-15 ਤੁਰਕੀ ਬਾਣੀ ਦੇ ਕੀਰਤਨ ਦਾ ਐਸਾ ਅੰਮ੍ਰਿਤ ਪ੍ਰਵਾਹ ਚਲਾਇਆ ਹੈ ਕਿ ਜੋ ਕਿ ਪਿਛਲੇ 18 ਸਾਲਾਂ ਤੋਂ ਨਹੀਂ ਸੀ ਹੋ ਸਕਿਆ। ਤੇ ਪਤਾ ਨਹੀਂ ਕਿਸ ਤਰ੍ਹਾਂ ਉੱਪਰ ਵਾਲੇ ਦੀ ਵਾਹਿਗੁਰੂ ਦੀ ਮਿਹਰਬਾਨੀ ਹੈ, ਇਹ ਕਿਸੇ ਨੂੰ ਵੀ ਨਹੀਂ ਡੈਨਮਾਰਕ ਚ ਜਾਣਦੇ ਹੋਏ फिर भी आ गए ने। और जिस तरह ऐसी अपनी मां का कर्जा नहीं उतार सकते, उस तरह इन्होंने मेरे को कोई लफे नहीं है कि मैं कमा उन्हें कल जा रहे ने ते कोशिश करांगा कि फिर दोबारा आन, पर इन्हों का धन्यवाद नहीं मैं कर सकता। इन्हें के अंदर मैं पास करता क्योंकि मैं कंट्रोल नहीं कर सकता। तो हुण मैं कोशिश करांगा कि सरदार मनी सिंह जी अगर शब्द बोल लो, वाहिगुरू जी का खालसा।